ਬੱਚੇ ਦਾ ਨਾਂ ਜਸਕਰਨ ਸਿੰਘ ਸਹੋਤਾ ਆ, ਜੈਸ ਸਹੋਤਾ, ਜਿਸ ਨੂੰ ਕਿ ਇੱਕ ਪਾਵਰ ਵੀਲ ਚੇਅਰ ਚਾਹੀਦੀ ਆ। ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਜੈਸ ਸਾਡੇ ਸਟੂਡੀਓ ਆਉਣ ਵਾਲੇ ਆ, ਸੋ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਜੈਸ ਸਹੋਤਾ ਤੇ ਉਹਨਾਂ ਦੇ ਮੋਮ ਆਏ ਹੋਏ ਆ। ਅਸੀਂ ਇੰਡੀਆ ਤੋਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਆ ਤੇ ਟਾਂਡੇ ਦੇ ਲਾਗੇ ਮੇਰਾ ਪਿੰਡ ਆ ਖੱਖਾਂ ਜੀ। ਅਸੀਂ ਉੱਥੋਂ ਆ ਤੇ ਅਸੀਂ 2004 ਦੇ ਵਿੱਚ ਇੱਥੇ ਆਏ ਸੀਗੇ। ਸੋ ਜਸ ਜਿਹੜੇ ਇੰਡੀਆ ਦੇ ਬੋਰਨ ਜਸ ਇੰਡੀਆ ਦਾ ਬੋਰਨ ਹੈ। ਹਾਂਜੀ। ਤੇ ਕਿੰਨੇ ਸਾਲਾਂ ਦਾ ਸੀ ਜਸ ਜਦੋਂ ਇੱਥੇ ਆਇਆ? ਜਸ 2 ਸਾਲ ਦਾ ਸੀ। 2002 ਦਾ ਬੋਰਨ ਆ। ਸੋ 2 ਸਾਲ ਦਾ ਸੀ ਜਦੋਂ ਅਸੀਂ ਇੱਥੇ ਆਏ ਜੀ। ਤੇ ਫਿਰ ਉਹਨਾਂ ਦਾ ਢੋਲ ਬੱਚਿਆ ਆ, ਫੇਰ ਬਚਿਆ ਆ ਪਰ ਰੰਗਲਾ ਦਾ ਟਾਪ ਦਾ ਢੋਲ ਮੈਂ ਪਾਰ ਕੇ ਆਉਂਗਾ। ਬਹੁਤ ਹੀ ਪਿਆਰਾ ਬੱਚਾ ਜਸਕਰਨ ਸਿੰਘ ਸਹੋਤਾ, ਜਿਸ ਨੂੰ ਪਿਆਰ ਨਾਲ ਅਸੀਂ ਜੈਸ ਕਹਿੰਦੇ ਆ। ਕੀ ਕੰਪਲਿਕੇਸ਼ਨਸ ਹੈ ਜਸਕਰਨ ਨੂੰ? ਜਸਕਰਨ ਨੂੰ ਅਸੀਂ ਜਦੋਂ ਇੰਡੀਆ ਤੋਂ ਬੋਰਨ ਆ ਤੇ ਉੱਥੋਂ ਉਹਨਾਂ ਨੇ ਡਾਕਟਰ ਨੇ ਕਿਹਾ ਸੀ ਕਿ ਠੀਕ ਠਾਕ ਆ। ਤੇ ਆ ਕੇ ਚੈੱਕਅਪ ਕਰਾਇਆ ਤੇ ਡਾਕਟਰ ਨੇ ਜਦੋਂ ਇਹਦੇ ਟੈਸਟ ਵਗੈਰਾ ਕੀਤੇ ਤਾਂ ਉਹਨਾਂ ਨੇ ਇਹਨੂੰ ਡਾਇਗਨੋਸ ਕਰਤਾ ਕਿ ਇਹਨੂੰ ਸੀਪੀ ਆ। ਚੇਅਰ ਦੇ ਨਾਲ ਤੁਹਾਨੂੰ ਇਹਨੂੰ ਕੀ ਬੈਨੀਫਿਟ ਹੋਣਗੇ ਜੈਸ ਨੂੰ? ਉਹਦੇ ਤੇ ਸਟੈਂਡਿੰਗ ਫੰਕਸ਼ਨ ਹੈਗਾ ਕਿ ਜੈਸ ਉਹਦੇ ਨਾਲ ਖੜਾ ਹੋ ਸਕਦਾ। ਇਹ ਚੇਅਰ ਨਾਰਮਲ ਚੇਅਰ ਹੈ ਜਾਂ ਇਹ ਕੋਈ ਤੁਹਾਨੂੰ ਤੁਰਨ ਦੇ ਵਿੱਚ ਸਪੋਰਟ ਕਰਦੀ ਹੈ? ਕੀ ਡਿਫਰੈਂਸ ਹੈ ਇਹਦਾ? ਇਹ ਨੋਰਮਲ ਆ, ਇਹ ਮੈਂ ਰਹਿ ਸਕਦਾ, ਇਹ ਖੜਾ ਨਹੀਂ ਹੋ ਸਕਦਾ। ਅੱਜ ਜਿਹੜੀ ਆ ਇੱਕ ਖਾਸ ਪਰਿਵਾਰ ਦੇ ਨਾਲ ਮੁਲਾਕਾਤ ਆ। ਗੇੜੀ ਰੂਟ ਦੇ ਵਿੱਚ ਅਸੀਂ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ। ਸੋ ਲੰਚ ਕਰਨ ਲਈ ਅਸੀਂ ਜਗ੍ਹਾ ਵੀ ਖਾਸ ਤੇ ਆਏ ਆ। ਸੋ ਦੇਸੀ ਬਾਈਟਸ ਆ। ਜਿਹੜੇ ਇਹੋ ਜਿਹੇ ਬੱਚੇ ਹੁੰਦੇ ਆ, ਸਪੈਸ਼ਲ ਨੀਡ ਬੱਚੇ ਹੁੰਦੇ ਆ, ਇਹਨਾਂ ਦੇ ਨਾਲ ਜੇ ਤੁਸੀਂ 2 ਪਲ ਵੀ ਗੁਜ਼ਾਰਦੇ ਆ ਨਾ, ਇਹ ਤੁਹਾਨੂੰ ਦਿਲ ਦੇ ਵਿੱਚ ਵਸਾ ਲੈਂਦੇ ਆ। ਸੋ ਇਸ ਬੱਚੇ ਦੀ ਜ਼ਰੂਰਤ ਸਿਰਫ ਇੱਕ ਵੀਲ ਚੇਅਰ ਆ। ਕਿਉਂ? ਕਿਉਂਕਿ ਉਹ ਵੀਲ ਚੇਅਰ ਦੇ ਨਾਲ ਇਹ ਬੱਚੇ ਨੇ ਸੁਪਨੇ ਦੇਖਿਆ ਕਿ ਉਹਦੇ ਨਾਲ ਇਹ ਉੱਠ ਕੇ ਖੜਾ ਹੋ ਸਕਦਾ। ਸਾਂਝਾ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ। ਤੇ ਹੁਣ ਤੁਸੀਂ ਸੋਚਣਾ ਆ ਕਿ ਮੇਰੇ ਹੱਥਾਂ 'ਚ ਬਹੁਤ ਹੀ ਇੱਕ ਖੂਬਸੂਰਤ ਬੁੱਕੇ ਆ ਤੇ ਬਲੂਨਸ ਆ, ਤੇ ਵਾਕਿਆ ਹੀ ਅੱਜ ਸਰਪ੍ਰਾਈਜ਼ ਹੈ, ਇੱਕ ਬਹੁਤ ਹੀ ਪਿਆਰਾ ਜਿਹਾ ਸਰਪ੍ਰਾਈਜ਼ ਆ। ਕਹਿੰਦੇ ਕਿ ਖੁਸ਼ੀਆਂ ਵੰਡਣ ਦੇ ਨਾਲ ਵੱਧ ਜਾਂਦੀਆਂ ਤੇ ਜਦੋਂ ਕਿਸੇ ਨੂੰ ਅਚਾਨਕ ਹੀ ਅਸੀਂ ਖੁਸ਼ੀਆਂ ਦੇਣ ਲਈ ਪਹੁੰਚ ਜਾਂਦੇ ਆ ਤੇ ਉਸ ਇਨਸਾਨ ਲਈ ਉਹ ਖੁਸ਼ੀਆਂ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਹੁੰਦਾ। ਸੋ ਤੁਸੀਂ ਜਾਣਦੇ ਆ, ਇੱਕ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਸਾਡੇ ਨਾਲ ਕੈਂਪੇਨ ਚਲਾਈ ਸੀ ਅਸੀਂ ਉਸ ਦੀ ਇੱਕ ਵੀਲ ਚੇਅਰ ਦੇ ਲਈ। ਸੋ ਉਸ ਦੇ ਲਈ ਉਸ ਦੀ ਫੰਡਿੰਗ ਇਕੱਠੀ ਹੋ ਗਈ ਸੀ, ਪਰ 18 ਸਾਲ ਦਾ ਉਹ ਬੱਚਾ ਅੱਜ ਹੋਇਆ। ਸੋ ਉਹਨੂੰ ਲੱਗਦਾ ਸੀ ਕਿ ਸ਼ਾਇਦ ਕੋਵਿਡ ਦੇ ਕਰਕੇ ਅੱਜ ਜਿਹੜੀਆਂ ਸੈਲੀਬ੍ਰੇਸ਼ਨਸ ਉਹਦੀਆਂ ਨਹੀਂ ਹੋ ਸਕਣਗੀਆਂ, ਪਰ ਕਹਿੰਦੇ ਜਦੋਂ ਸਾਂਝੇ ਦੀ ਗੱਲ ਆਉਂਦੀ ਆ ਤੇ ਸਾਂਝੇ ਦਾ ਪਲੇਟਫਾਰਮ ਹਮੇਸ਼ਾ ਕੋਸ਼ਿਸ਼ ਕਰਦਾ ਕਿ ਅਸੀਂ ਜਿੰਨੀਆਂ ਸਾਡੇ ਕੋਲ ਹੋ ਸਕੇ ਖੁਸ਼ੀਆਂ ਵੰਡੀਏ। ਸੋ ਪੂਰੀਆਂ ਪ੍ਰੀਕਾਸ਼ਨਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਅਸੀਂ ਮਹਾਰਾਣੀ ਰੈਸਟੋਰੈਂਟ ਦੇ ਉੱਤੇ ਅੱਜ ਅਸੀਂ ਉਸ ਬੱਚੇ ਲਈ ਇੱਕ ਟੇਬਲ ਬੁੱਕ ਕੀਤਾ, ਸਰਪ੍ਰਾਈਜ਼ ਲੰਚ ਬੁੱਕ ਕੀਤਾ, ਜਿੱਥੇ ਉਹਨੂੰ ਬਿਲਕੁਲ ਵੀ ਨਹੀਂ ਪਤਾ ਕਿ ਅਸੀਂ ਉਹਦੇ ਲਈ ਕੀ ਕਰਨ ਵਾਲੇ ਆ। ਸੋ ਆਜੋ, ਪਰ ਤੁਸੀਂ ਕਿਤੇ ਨਹੀਂ ਜਾਣਾ, ਕੀਪ ਵਾਚਿੰਗ ਸਾਂਝਾ ਟੀਵੀ। ਸੋ ਬਹੁਤ ਸਾਰੇ ਸਰਪ੍ਰਾਈਜ਼ਸ। ਸੋ ਵੈਲਕਮ ਬੈਕ ਜੀ। ਤੁਸੀਂ ਸੋਚਣਾ ਕਿ ਅੱਜ ਸਰਪ੍ਰਾਈਜ਼ ਕੀ ਹੋ ਰਿਹਾ, ਤੇ ਤੁਹਾਨੂੰ ਦੱਸਿਆ ਸੀ ਕਿ ਜਸ ਸਹੋਤੇ ਲਈ ਸਰਪ੍ਰਾਈਜ਼ ਕੀਤਾ ਹੈ ਤੇ ਜਸ ਨੂੰ ਬਿਲਕੁਲ ਨਹੀਂ ਸੀ ਪਤਾ। ਸੋ ਹੁਣ ਸਾਡੇ ਨਾਲ ਜਸ ਵੀ ਆ ਚੁੱਕੇ ਆ। ਸੋ ਜਸ, ਹੈਪੀ ਬਰਥਡੇ ਵਾਂਸ ਅਗੇਨ। ਕਿਵੇਂ ਲੱਗਾ ਤੁਹਾਨੂੰ ਸਾਡਾ ਸਰਪ੍ਰਾਈਜ਼? ਬਹੁਤ ਵਧੀਆ ਲੱਗਾ। ਔਰ ਲਖਵੀਰ ਜੀ, ਮੈਂ ਚਾਹੂੰਗੀ ਮਾੜਾ ਜਿਹਾ ਮਾਈਕ ਤੁਸੀਂ ਆਪਣੇ ਵੱਲ ਕਰੋ ਤੇ ਮੈਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੂੰਗੀ। ਠੀਕ ਹੈ ਜੀ, ਇੱਥੇ ਠੀਕ ਹੈ। ਹਾਂਜੀ ਲਖਵੀਰ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਜੀ। ਔਰ ਅੱਜ 18 ਸਾਲਾਂ ਦੇ ਹੋ ਗਏ ਜਸ। ਔਰ ਜਸ ਵਾਂਸ ਅਗੇਨ ਕੰਗਰੈਚੁਲੇਸ਼ਨ, ਤੁਸੀਂ ਆਪਣੀ ਨਵੀਂ ਵੀਲ ਚੇਅਰ 'ਚ ਬੈਠੇ ਆ। ਇਹਦੇ 'ਚ ਤਾਂ ਬੜਾ ਕੁਛ ਮੈਂ ਦੇਖਦੀ ਸੀ, ਇੱਥੇ ਸਕਰੀਨ ਆਉਂਦੀ ਆ, ਬਟਨ ਲੱਗੇ ਆ, ਬੜਾ ਕੁਛ ਹੁੰਦਾ ਆ। ਔਖੀ ਆ ਚਲਾਉਣੀ? ਸਿੱਖ ਲਈ ਤੁਸੀਂ? ਓਕੇ, ਫਸਟ ਆਫ ਆਲ ਤੇ ਹੈਪੀ ਬਰਥਡੇ ਜਸ। ਐਂਡ ਦੇਰ ਇਜ਼ ਅ ਕਾਰਡ ਫॉर ਯੂ। ਸਾਰੀ ਸਾਂਝੇ ਦੀ ਟੀਮ ਨੇ ਤੁਹਾਡੇ ਲਈ ਬਹੁਤ ਹੀ ਪਿਆਰਾ, ਮੈਂ ਇੱਥੇ ਰੱਖ ਦਿੰਦੀ ਆ, ਬਹੁਤ ਹੀ ਪਿਆਰਾ ਤੁਹਾਡੇ ਲਈ ਕਾਰਡ ਲਿਖਿਆ ਹੈਗਾ ਆ। ਸੋ ਦੇਖਿਓ ਤਾਂ ਕਿੱਦਾਂ ਲੱਗਾ ਤੁਹਾਨੂੰ। ਬਾਹਰ ਵੀ ਕੁਝ ਲਿਖਿਆ ਹੈਗਾ ਮੇਰੇ ਖਿਆਲ। ਪਤਾ ਨਹੀਂ ਕਾਤੇ, ਹੁਣ ਤੁਸੀਂ ਪੜੋ। ਆ ਲਿਖਿਆ ਸਾਰੇ, ਮੈਂ ਫੜ ਲੈਂਦੀ ਆ। ਆ ਦੇਖੋ ਕੀ ਲਿਖਿਆ, ਸਾਨੂੰ ਪੜ੍ਹ ਕੇ ਦੱਸੋ। ਲਿਖਿਆ ਹੈਪੀ
birthday just होता ਹਾਂ ਸੋ ਸਾਂਝੇ ਦੀ ਸਾਰੀ ਟੀਮ ਨੇ ਤੁਹਾਨੂੰ ਹੈਪੀ ਬਰਥਡੇ ਕਿਹਾ ਜੀ ਸੋ ਸਾਰੀ ਜਿੰਨੀ ਸਾਡੀ ਇੰਡੀਆ ਦੀ ਟੀਮ ਆ ਕੈਨੇਡਾ ਦੀ ਟੀਮ ਆ ਸਾਰੀ ਐਂਡ ਥੈਂਕ ਯੂ ਅਸੀਂ ਕਹਿੰਦੇ ਆ ਮਹਾਰਾਣੀ ਰੈਸਟੋਰੈਂਟ ਦਾ ਜਿਨ੍ਹਾਂ ਨੇ ਅੱਜ ਇੱਥੇ ਸਪੈਸ਼ਲ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਤੁਹਾਡੇ ਲਈ ਸੋਹਣੀ ਹੈ ਨਾ ਯਾ ਸੋ ਯੂ ਹੈਵ ਟੂ ਸੇ ਥੈਂਕ ਯੂ ਟੂ them too थैंक यू ਓਕੇ ਸੋ ਛੋਟਾ ਜਿਹਾ ਇੱਕ ਤੁਹਾਡੇ ਲਈ ਹੋਰ ਸਰਪ੍ਰਾਈਜ਼ ਆ ਕੇਕ ਕਿਵੇਂ ਲੱਗਾ ਤੁਹਾਨੂੰ ਦੇਖਿਓ ਤਾਂ ਸੋਹਣਾ ਲੱਗਾ ਕੇਕ ਤੁਹਾਨੂੰ ਪਤਾ ਆ ਕੀ ਆ ਜਸ ਆ ਕੀ ਆ ਤੁਹਾਨੂੰ ਪਤਾ ਥੋੜਾ ਜਿਹਾ ਮੋੜ ਨੂੰ ਹੋ ਜਾਓ ਕੋਈ ਨਹੀਂ संजय ਅੱਛਾ ਜੀ ਹਾਂ ਸੋ ਕੇਕ ਤੁਹਾਨੂੰ ਕਿਵੇਂ ਲੱਗਾ ਮੈਨੂੰ ਪਤਾ ਸੀ ਕਿ ਤੁਹਾਨੂੰ ਆਈਸਕ੍ਰੀਮ ਕੇਕ ਪਸੰਦ ਆ ਮੈਂ ਚੋਰੀ ਚੋਰੀ ਸਾਡੀਆਂ ਸਾਰੀਆਂ ਸੀਕ੍ਰੇਟ ਤੁਹਾਡੀ ਮਮ ਤੋਂ ਪੁੱਛ ਲਈਆਂ ਸੀ ਪਹੁੰਚਣੀਆਂ ਸੀਗੀਆਂ ਜਾਂ ਇੱਕ ਵਾਰ ਤੁਸੀਂ ਮੈਨੂੰ ਆਪ ਪੁੱਛਿਆ ਸੀਗਾ ਕਿ ਕੇਕ ਖਾਣਾ ਤੇ ਮੈਂ ਆਪ ਹੀ ਦੱਸਦਾ ਤੁਹਾਨੂੰ ਪਤਾ ਲੱਗਾ ਸੀ ਫਿਰ ਮੈਂ ਕਿਉਂ ਪੁੱਛਿਆ ਸੀ ਨਾ ਬਸ ਮੈਨੂੰ ਲੱਗਾ ਸ਼ੌਂਕ ਸੀਗਾ ਆਈਸਕ੍ਰੀਮ ਕੇਕ ਖਾਣ ਨੂੰ ਸਭ ਖਾ ਲਿਆ ਅੱਛਾ ਫਿਰ ਮੈਨੂੰ ਹੁਣ ਤੁਸੀਂ ਇਹ ਦੱਸੋ ਪਹਿਲਾਂ ਅਸੀਂ ਫੇਰ ਕੇਕ ਕੱਟਦੇ ਆ ਤੇ ਤੁਸੀਂ ਹੁਣ 18 ਸਾਲਾਂ ਦੇ ਹੋ ਗਏ ਆ ਅੱਜ ਜਦੋਂ ਸਵੇਰੇ ਤੁਸੀਂ ਸੁੱਤੇ ਉੱਠੇ ਸੀ ਕਿਹਨੇ ਕਿਹਨੇ ਤੁਹਾਨੂੰ ਵਿਸ਼ੇਸ ਦਿੱਤੀਆਂ ਸੀਗੀਆਂ ਹੈਪੀ ਬਰਥਡੇ ਕਿਹਨੇ ਕਿਹਨੇ ਕਿਹਾ ਸੀ ਮੰਮੀ ਨੇ ਭੈਣ ਨੇ ਹਾਂ ਤੇ ਇੰਡੀਆ ਚ ਹਾਂਜੀ ਤੇ ਫਿਰ ਮੈਂ ਤੇ ਤੁਹਾਨੂੰ ਕਿਹਾ ਹੀ ਨਹੀਂ ਅੱਜ ਹੈ ਨਾ ਹੈਪੀ ਬਰਥਡੇ ਤੁਹਾਨੂੰ ਫੀਲ ਬੈਡ ਹੋਇਆ ਸੀ ਉਹ ਕੋਈ ਨਾ तो पहला मामा जी ने नहीं किया सीगा बच्चों ने कहता फिर ਤੁਸੀਂ कहता ਮੈਂ ਤੇ ਜਾਣ ਕੇ ਹੀ ਨਹੀਂ ਕਿਹਾ ਸੀਗਾ ਮੈਂ ਦੇਖਦੀ ਸੀ ਕਿ ਜਸ ਕਿੱਦਾਂ ਰਿਐਕਟ ਕਰਦੇ ਆ ਜਸ ਨੂੰ ਲੱਗਦਾ ਫੀਲ ਹੁੰਦਾ ਆ ਤੁਸੀਂ ਸੋਚਿਆ ਸੀ ਵੀ ਅਸੀਂ ਸ਼ਾਇਦ ਮੈਂ ਭੁੱਲ ਗਈ ਆ ਇਦਾਂ ਲੱਗਾ ਸੀ ਇੱਕ ਪੁਆਇੰਟ ਲਈ ਹਾਂ ਸੌਰੀ ਜਸ ਪਤਾ ਕੀ ਆਪਾਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਅਸੀਂ ਸਾਂਝੇ ਤੇ ਤਾਂ ਅਸੀਂ ਰੋਜ਼ ਪਲਾਨ ਕਰਦੇ ਸੀ ਵੀ ਕੋਵਿਡ ਵੀ ਆ ਤੇ ਕੋਵਿਡ ਦੀਆਂ ਪ੍ਰੀਕਾਸ਼ਨਸ ਵੀ ਰੱਖਣੀਆਂ ਤੇ ਜਸ ਦਾ ਬਰਥਡੇ ਵੀ ਮਨਾਉਣਾ ਆ ਕਿਵੇਂ ਮਨਾਇਆ ਜਾਵੇ ਫਿਰ ਅਸੀਂ ਰੈਸਟੋਰੈਂਟ ਨਾਲ ਗੱਲ ਕੀਤੀ ਉਹ ਕਹਿੰਦੇ ਠੀਕ ਆ ਅਸੀਂ ਇੱਕ ਛੋਟਾ ਜਿਹਾ ਏਰੀਆ ਤੁਹਾਨੂੰ ਦੇ ਦਾਂਗੇ ਜਿੱਥੇ ਹੋਰ ਨਹੀਂ ਕੋਈ ਆਊਗਾ ਸਿਰਫ ਜਸ ਦੀ ਮਮ ਤੇ ਮੈਂ ਹੀ ਆ ਸਕਦੇ ਆ ਸੋ ਸਾਡੇ ਜੱਸੀ ਜੀ ਵੀ ਬਿਹਾਈਂਡ ਦਾ ਕੈਮਰਾ ਹੀ ਆ ਸੋ ਅਸੀਂ ਛੋਟਾ ਜਿਹਾ ਰੱਖਿਆ ਤੁਹਾਡੇ ਲਈ ਸਰਪ੍ਰਾਈਜ਼ ਤੇ ਹੁਣ ਮੈਂ ਕਹਿੰਦੀ ਆਪਾਂ ਕੇਕ ਕੱਟ ਲਈਏ ਤੁਹਾਡਾ ਹਾਂਜੀ ਸੋ ਕੇ ਨੂੰ ਲਾਉਣੀ ਆ ਇਹੋ ਕੈਂਡਲ ਆਪਾਂ ਕਿਹਨੂੰ ਕਹੀਏ ਲਾਉਣ ਨੂੰ ਇਹੋ ਮੰਮੀ ਨੂੰ ਕਹਿ ਦਈਏ ਕਿ ਮੈਂ ਲਾ ਦੇਵਾਂ ਮੈਂ ਲਾ ਦੇਵਾਂ ਓਕੇ ਮੈਨੂੰ ਹੁਣ ਦੱਸ ਦਿਓ ਵੀ ਇਹ ਆਠਾ ਪਿੱਛੇ ਆਉਣਾ ਜਾਂ ਆਠਾ ਮੋਰੇ ਜਾਣਾ ਇਹ ਮੈਨੂੰ ਦੱਸ ਦਿਓ ਤੁਸੀਂ 81 ਇਅਰਸ ਦੇ ਹੋ ਗਏ ਨਹੀਂ ਹਾਂ 18 8 ਸਾਲ ਦੇ ਹੋ ਗਏ ਤੁਸੀਂ ਨਹੀਂ ਅੱਛਾ 18 ਨੂੰ ਪੰਜਾਬੀ ਚ ਕੀ ਮੈਨੂੰ ਅੰਗਰੇਜ਼ੀ ਨਹੀਂ ਨਾ ਆਉਂਦੀ 18 ਸਾਲਾਂ ਦੇ ਹੋ ਗਏ ਤੁਸੀਂ ਅੱਛਾ ਜੀ ਏਦਾਂ ਹੁਣ 18 ਬਣ ਗਿਆ ਹਾਂਜੀ ਆਪਾਂ ਨੂੰ ਤਾਂ 18 ਦੀਦਾ ਆ ਤਾਂ ਉਹਨਾਂ ਨੂੰ ਤਾਂ ਹੁਣ 81 ਦਿਸਣਾ ਜਿਹੜੇ ਬਾਹਰ ਦੇਖਦੇ ਆ ਕੋਈ ਨਾ ਕੇਕ ਹੀ ਕਮਾ ਦਿਆ ਅੱਛਾ ਕੇਕ ਹੀ ਕਮਾ ਅੱਛਾ ਆਪਾਂ ਇੱਕ ਵਾਰੀ ਨਾ ਘੁਮਾ ਕੇ ਦੱਸ ਦਿੰਦੇ ਆ ਵੀ ਤੁਸੀਂ ਇੱਕ ਵਾਰੀ ਨਾ ਦੇਖ ਲਓ ਸਾਡੇ ਜਸ ਸੱਚੀ 18 ਆ ਤੁਸੀਂ 81 ਨਾ ਸਮਝਿਓ 18 ਆ ਜਸ ਸਾਡੇ 18 ਸਾਲ ਆ ਨਾ 18 ਹੀ ਹੁੰਦੇ ਆ ਨਾ ਹਾਂਜੀ ਓਕੇ ਇਹ 1-2 ਆਉਂਦਾ ਤੁਹਾਨੂੰ ਹਾਂਜੀ ਕਿੱਥੋਂ ਸ਼ੁਰੂ ਹੁੰਦਾ ਮੈਨੂੰ ਤਾਂ ਗਿਣਤੀ ਤੇ 35 ਤੱਕ ਆਉਂਦੀ ਹੈ ਓਹੋ 18 ਤੋਂ ਬਾਅਦ 35 ਆਉਂਦੇ ਕਿ 18 ਤੋਂ ਪਹਿਲਾਂ ਆਉਂਦੇ ਬਹੁਤ ਚਿਰ ਬਾਅਦ ਆਉਂਦੇ ਬਹੁਤ ਚਿਰ ਬਾਅਦ ਆਉਂਦੇ ਸੋ ਸਾਨੂੰ ਬਹੁਤ ਚਿਰ ਵੇਟ ਕਰਨੀ ਪੈਣੀ ਆ ਫਿਰ 35 ਤੱਕ ਜਾਣ ਲਈ ਹਨਾ ਸੋ ਇਟਸ 18th ਆ ਨਾ 18ਵਾਂ ਬਰਥਡੇ ਆ ਸਾਡੇ ਜਸ ਦਾ ਸੋ ਹੁਣ ਆਪਾਂ ਇਹਨਾਂ ਨੂੰ ਲਾਈਟ ਅਪ ਕਰ ਦਈਏ ਤੇ ਮੇਰੇ ਖਿਆਲ ਇੱਦਾਂ ਹੀ ਚੱਲਦਾ ਹੁੰਦਾ ਇਹ ਹਨਾ ਪਤਾ ਨਹੀਂ ਮੈਨੂੰ ਇਦਾਂ ਬਾਹਲਾ ਜਸ ਸੱਚੀ ਨਹੀਂ ਮੈਨੂੰ ਕੁਝ ਵੀ ਆਉਂਦਾ ਆਂਟੀ ਜੀ ਹਾਂ ਦੱਬ ਕੇ ਲੱਗ ਆ ਲਓ ਜੀ 18th ਹੋ ਗਿਆ ਆ ਜਸ ਤੇ ਹੁਣ ਫਿਰ ਤੁਹਾਨੂੰ ਅੱਗੇ ਆਉਣਾ ਪੈਣਾ ਇਹਨੂੰ ਫੂਕ ਮਾਰਨ ਲਈ ਮੈਂ ਖਾਇਆ ਪਾਉਂਗਾ ਉਹ ਹਾਂ ਤੁਸੀਂ ਖੜੇ ਹੋ ਨਾਲੇ ਅਸੀਂ ਤੁਹਾਡੀ ਚੇਅਰ ਦੇਖਦੇ ਆ ਸੋ ਟੇਬਲ ਸਾਨੂੰ ਪਿੱਛੇ ਕਰਨਾ ਪਊਗਾ ਅੱਛਾ ਜੀ ਵਾਓ ਹੁਣ ਦੇਖਦੇ ਆ ਜੀ ਅਸੀਂ ਕਹਿੰਦੇ ਸੀ ਨਾ ਸਾਰੇ ਜਾਣੇ ਵੀਲ ਚੇਅਰ ਦੀ ਗੱਲ ਕਰਦੇ ਸੀ ਸਪੈਸ਼ਲ ਵੀਲ ਚੇਅਰ ਆ ਜਸ ਦੀ ਜਸ ਖੜੇ ਹੋ ਕੇ ਕੇਕ ਕੱਟਣਗੇ ਪੁੱਤ ਬੈਲਟ ਤਾਂ ਨਹੀਂ ਲਾਉਣੀ ਤੁਸੀਂ ਇਹ ਲਾਉਣੀ ਪੈਣੀ ਸੌਰੀ ਮੈਂ ਤੈਨੂੰ ਮੋੜ ਨੂੰ ਕਰ ਦਿੱਤੀ ਓਕੇ ਥੈਂਕ ਯੂ ਦੱਸ ਦਿੱਤਾ ਓਕੇ ਤੁਸੀਂ ਆਹ ਹਾਂਜੀ ਵਾਓ ਜਸ ਮੈਂ ਵੀ ਤੁਹਾਡੇ ਨਾਲ ਖੜੀ ਹੋ ਜਾਵਾਂ ਹਾਂਜੀ ਮੇਰੇ ਜਿੱਡੇ ਉੱਚੇ ਹੈਗੇ ਆ ਤੁਸੀਂ ਹਨਾ ਮੇਰੇ ਤੋਂ ਉੱਚੇ ਨਾ ਹੋ ਜਿਓ ਪਲੀਜ਼ ਉਹ ਤਾਂ ਵੀ ਉੱਚਾ ਉਹ ਤੋਂ ਵੀ ਉੱਚਾ ਹੋ ਜਾਣਾ ਹਾਂਜੀ
ਓਹੋ ਜਸ ਦੈਟਸ ਵੈਰੀ ਨਾਈਸ ਕਿੰਨੇ ਐਕਸਾਈਟਡ ਆ ਆਮ ਸੋ ਹੈਪੀ ਫॉर ਯੂ ਹਾਂਜੀ ਮੈਂ ਵੀ ਆਈ ਫੀਲ ਸੋ ਪ੍ਰਾਊਡ ਸਾਰੀ ਕਮਿਊਨਿਟੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਇਹ ਤੁਹਾਡੀ ਫੰਡਿੰਗ ਤੁਹਾਡੇ ਦਸਵੰਧ ਦੇ ਕਰਕੇ ਇਹ ਬੱਚਾ ਅੱਜ ਤੁਸੀਂ ਦੇਖ ਸਕਦੇ ਹੋ ਜਿਹੜੀ ਵੀਲ ਚੇਅਰ ਦੀ ਅਸੀਂ ਗੱਲ ਕਰਦੇ ਸੀ ਸੋ ਬਹੁਤ ਸਾਰੇ ਸਵਾਲ ਆਉਂਦੇ ਸੀ ਕਿ ਇਹ ਵੀਲ ਚੇਅਰ 50,000 ਦੀ ਕਿਉਂ ਆ $50,000 ਦੀ ਕਿਉਂ ਆ ਸੋ ਆਹ ਫੰਕਸ਼ਨ ਹੈ ਇਸ ਵੀਲ ਚੇਅਰ ਦੇ ਵਿੱਚ ਇਹ ਨਾਰਮਲ ਵੀਲ ਚੇਅਰ ਨਹੀਂ ਗੀ ਔਰ ਇਹ ਵੀਲ ਚੇਅਰ ਦੇ ਨਾਲ ਜਸ ਖੜ ਵੀ ਸਕਦਾ ਆ ਤੇ ਤੁਰ ਵੀ ਸਕਦਾ ਆ ਇਹ ਵੀਲ ਚੇਅਰ ਨਾਲ ਜਿੱਥੇ ਇਹਨੇ ਜਾਣਾ ਉੱਥੇ ਇਹਨੂੰ ਲੈ ਕੇ ਜਾ ਸਕਦੀ ਆ ਸੋ ਜਸ ਕਿਵੇਂ ਫੀਲ ਹੁੰਦਾ ਤੁਹਾਨੂੰ ਅੱਛਾ ਚੰਗਾ ਲੱਗਦਾ ਆ ਹਾਂਜੀ ਸੋ ਫਿਰ ਹੁਣ ਤੁਸੀਂ ਲੰਬੇ ਹੋ ਗਏ ਕੇਕ ਨਿੱਕਾ ਰਹਿ ਗਿਆ ਮੈਂ ਫੜ ਲਾਂ ਤਾਂ ਨੂੰ ਲੈ ਆਵਾਂ ਮੈਂ ਕਿਹਾ ਬਿਲਕੁਲ ਮੈਂ ਜਸਟ ਐਨੀਥਿੰਗ ਫॉर ਯੂ ਸੋ ਆਂਟੀ ਨਾਲ ਮੈਂ ਖੜਾ ਹੋ ਕੇ ਕਰਨਾ ਹੈ ਅੱਛਾ ਜੀ देयर यू गो come on happy birthday to you happy birthday to you happy birthday dear Jess happy birthday to you ਸੋ ਹੁਣ ਮਮ ਨੂੰ ਕਹੋ ਤੁਹਾਨੂੰ ਨਾਈਫ ਦਵੇ ਛੋਟਾ ਜਿਹਾ ਕੱਟ ਲਾਓ ਫਿਰ ਆਪਾਂ ਤੁਹਾਨੂੰ ਕੇਕ ਖਵਾਉਂਦੇ ਆ ਸਾਨਾ ਸ਼ੇਅਰ ਕਰਨਾ ਤੁਸੀਂ ਇਹੋ ਹਾਂਜੀ ਮਾੜਾ ਜਿਹਾ ਕੱਟ ਲਾ ਦਿਓ ਫਿਰ ਇਹਨੂੰ ਦੂਜੇ ਪਾਸੇ ਪੁੱਤ ਇਹਨੂੰ ਟਰਨ ਕਰੋ ਹਾਂਜੀ ਗੁੱਡ ਮੇਰਾ ਹੱਥ ਹੀ ਨਾ ਕੱਟ ਦੀ ਥੈਂਕ ਯੂ ਜਸ yeah that's good congratulations ਜਸ ਹੁਣ ਤੁਸੀਂ ਕੇਕ ਤੁਹਾਨੂੰ ਖਵਾਇਆ ਜਾਊਗਾ ਹੁਣ ਤੁਸੀਂ ਥੋੜੇ ਚਿਰ ਲਈ ਬੈਠ ਜਾਓ ਤੇ ਫਿਰ ਆਪਾਂ ਬਾਅਦ ਵਿੱਚ ਦੇਖਾਂਗੇ ਤੁਹਾਡੀ ਵੀਲ ਚੇਅਰ ਹੋਰ ਕਿਹੜੇ ਕਿਹੜੇ ਫੰਕਸ਼ਨ ਕਰਦੀ ਆ ਠੀਕ ਹੈ ਅੱਛਾ ਇਹਦਾ ਕੋਈ ਬਟਨ ਵੀ ਹੈ ਬੈਠਣ ਲਈ ਹਾਂਜੀ ਓ ਵਾਓ ਨਾਈਸ ਸੋ ਹੁਣ ਅਸੀਂ ਲਖਵੀਰ ਥੋੜਾ ਜਿਹਾ ਕੇਕ ਖਵਾਉਂਦੇ ਆ ਤੇ ਮੈਂ ਚਾਹੂੰਗੀ ਕਿ ਪਲੇਟ ਤੇ ਚਮਚਾ ਵੀ ਸਾਡੇ ਕੋਲ ਹੋਵੇ ਮਾੜਾ ਜਿਹਾ ਪਲੀਜ਼ ਸੋ ਸਾਨੂੰ ਇੱਕ ਚਮਚਾ ਤੇ ਪਲੇਟ ਦੋਗੇ ਜੀ ਵੈਰੀ ਨਾਈਸ ਵੈਰੀ ਨਾਈਸ ਜਸ ਸੋ ਥੈਂਕ ਯੂ ਜਸ ਤੁਸੀਂ ਖੜੇ ਹੋ ਕੇ ਕੇਕ ਕੱਟਿਆ ਤੇ ਹੁਣ ਤੁਹਾਨੂੰ ਪਹਿਲਾਂ ਅਸੀਂ ਕੇਕ ਖਵਾਉਂਦੇ ਆ ਤੇ ਕੇਕ ਓ ਵਾਓ ਸਿੱਧੇ ਕਰੋ ਏਦਾਂ ਪੁੱਤ ਤਾਂ ਨੂੰ ਸਿੱਧੇ ਹੋ ਜਾਓ ਪਿੱਛੇ ਨੂੰ ਪੁੱਤ ਕਰੋ ਹੌਲੀ ਹੌਲੀ ਯਾ ਉਹ ਇਹਦੀਆਂ ਤਾਂ ਲਾਈਟਾਂ ਵੀ ਬੜੀਆਂ ਜਗਦੀਆਂ ਠੀਕ ਆ ਜਸ ਜੀ ਵੈਰੀ ਨਾਈਸ ਬਲੈਸ ਯੂ ਜਸ ਸੋ ਹੈਪੀ ਫॉर ਯੂ ਸੋ ਤੁਸੀਂ ਸਾਰੀ ਕਮਿਊਨਿਟੀ ਦਾ ਕਿਵੇਂ ਥੈਂਕ ਯੂ ਕਰੋਗੇ ਅੱਜ ਸਾਰਿਆਂ ਨੇ ਤੁਹਾਨੂੰ ਫੰਡਿੰਗ ਦਿੱਤੀ ਤੇ ਆਪਣੀ ਜਿਹੜੀ ਫੰਡਿੰਗ ਪੂਰੀ ਹੋ ਗਈ ਫਿਰ ਆਪਾਂ ਨਵੀਂ ਵੀਲ ਚੇਅਰ ਲੈ ਲਈ ਸੋ ਕੀ ਕਹੋਗੇ ਜੀ ਮੈਂ ਸਾਰਿਆਂ ਨੂੰ ਥੈਂਕ ਯੂ ਕਰਨਾ ਚਾਹੂੰਗਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਪੈਸੇ ਦੇਣ ਦੀ ਤੇ ਇਹਨੇ ਤਾਂ ਮੈਨੂੰ ਮੇਰੀ ਨਵੀਂ ਚੇਅਰ ਆ ਗਈ ਦੈਟਸ ਵੈਰੀ ਨਾਈਸ ਤੇ ਇੱਕ ਛੋਟਾ ਜਿਹਾ ਜਸ ਤੁਹਾਡੇ ਲਈ ਦੋ ਗਿਫਟ ਆ ਹੁਣ ਤੁਹਾਨੂੰ ਦੇਖਣੇ ਪੈਣੇ ਆ ਫੜੋ ਜੀ ਛੋਟੇ ਛੋਟੇ ਦੋ ਗਿਫਟ ਆ ਤੁਹਾਡੇ ਲਈ ਇਹਨਾਂ ਨੂੰ ਕੱਢ ਲਓ ਬਾਹਰ ਮੈਨੂੰ ਫੜਾ ਦਿਓ ਕੱਢ ਕੇ ਪੇਪਰ look at this is Sanja TV and there's Jas Sahota see nice ਹਾਂਜੀ ਹਾਂ ਸੋ ਸਾਰੀ ਸਾਂਝਾ ਦੀ ਟੀਮ ਨੇ ਤੁਹਾਡੇ ਲਈ ਇੱਕ ਆਹ ਗਿਫਟ ਘੱਲਿਆ ਹੈਗਾ ਆ ਤੇ ਇਹਦੇ ਵਿੱਚ ਵੀ ਤੁਹਾਡਾ ਗਿਫਟ ਹੀ ਆ ਇਹ ਵੀ ਤੁਸੀਂ ਖੋਲੋ ਨਾਈਸ ਜਿੱਦਾਂ ਜਸ ਇੰਨੀਆਂ ਸੋਹਣੀਆਂ ਗੱਲਾਂ ਕਰਦਾ ਕਲਰਫੁਲ ਸੋ ਸਾਰਾ ਕੁਝ ਕਲਰਫੁਲ ਆ ਵੈਰੀ ਨਾਈਸ ਇੱਕ ਕੁਝ ਹੋ ਰਿਹਾ ਵਿੱਚ ਤੁਸੀਂ ਹਾਕੀ ਪਸੰਦ ਕਰਦੇ ਆ ਨਾ ਕਨੈਕਸ ਪਸੰਦ ਕਰਦੇ ਸੋ ਫਿਰ ਸਾਨੂੰ ਪਤਾ ਸੀ ਜਸ ਕਨੈਕਸ ਦਾ ਫੈਨ ਆ ਸੋ ਫਿਰ ਅਸੀਂ ਛੋਟੇ ਨਿੱਕੇ ਗਿਫਟ ਲਿਆਂਦੇ ਜਸ ਨੂੰ ਆਈ ਹੋਪ ਯੂ ਲਾਈਕ ਇਟ ਹਾਂਜੀ ਸੋ ਥੈਂਕ ਯੂ ਵੈਰੀ ਮੱਚ ਜਸ ਆਪਾਂ ਜਿਹੜਾ ਇੱਕ ਕੈਂਪੇਨ ਸ਼ੁਰੂ ਕੀਤਾ ਸੀ ਇੱਕ ਜਰਨੀ ਸ਼ੁਰੂ ਕੀਤੀ ਸੀ ਤੇ ਲਖਵੀਰ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਸੋ ਅਸੀਂ ਇੱਕ ਜਰਨੀ ਸ਼ੁਰੂ ਕੀਤੀ ਸੀ ਛੋਟੀ ਜੀ ਜਿਹਦੇ ਵਿੱਚ ਅਸੀਂ ਜਸ ਦੇ ਲਈ ਫੰਡਿੰਗ ਸ਼ੁਰੂ ਕੀਤੀ ਸੀਗੀ ਸੋ ਬਹੁਤ ਸਾਰੇ ਸਵਾਲ ਆਏ ਸੀ ਬੜੇ ਸਾਰੇ ਲੋਕਾਂ ਨੇ ਕਿਹਾ ਸੀ ਔਰ ਮੈਨੂੰ ਅੱਜ ਵੀ ਯਾਦ ਆ ਤੁਸੀਂ ਉਹ ਸਵਾਲ ਪੜ੍ਹ ਕੇ ਕਿਤੇ ਨਾ ਕਿਤੇ ਤੁਸੀਂ ਮੈਨੂੰ ਫੋਨ ਕੀਤਾ ਸੀ ਕਿ ਭੈਣ ਜੀ ਇੰਨੇ ਲੋਕੀ ਸਵਾਲ ਕਰ ਰਹੇ ਹੈਗੇ ਆ ਕਿ 50,000 ਦੀ ਚੇਅਰ ਆ ਤੇ ਮੈਂ ਇਹ ਫੰਡਿੰਗ ਬੰਦ ਕਰ ਦੇਵਾਂ ਸੋ ਮੈਂ ਚਾਹੁੰਦੀ ਸੀ ਕਿ ਅਸੀਂ ਉਹਨਾਂ ਸਵਾਲਾਂ ਦੇ ਸਾਰਿਆਂ ਦੇ ਸਾਹਮਣੇ ਜਵਾਬ ਦੇ ਸਕੀਏ ਸੋ ਇਹ ਜਿਹੜੀ ਉਹ ਚੇਅਰ ਆ ਜਿਹੜੀ 50,000 ਦੀ ਆਈ ਆ
ਸੋ ਥੋੜਾ ਜਿਹਾ ਦੱਸੋ ਕਿ ਜਿਹੜੀ ਫੰਡਿੰਗ ਸੀ ਆਪਾਂ ਲਈ ਕਿੰਨੀ ਸੀ GoFundMe ਦੇ ਰਾਹੀਂ ਤੇ ਸਰਕਾਰ ਵੱਲੋਂ ਕਿੰਨੀ ਫੰਡਿੰਗ ਤੁਹਾਨੂੰ ਜਿਹੜੀ ਇਹਨੂੰ ਹੋਮ ਪ੍ਰੋਗਰਾਮ ਦੇ ਵਿੱਚ ਕਿੰਨੀ ਮਿਲੀ ਸੀ? ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਵੀਲਚੇਅਰ ਦੇ ਬਾਰੇ ਸੋਚਿਆ ਸੀ ਤੇ ਫੰਡਿੰਗ ਜਦੋਂ ਆਈ ਸੀ ਸਾਨੂੰ 20,000 ਪਿੱਛੋਂ ਫੰਡਿੰਗ ਉਹਨਾਂ ਨੇ ਦਿੱਤੀ ਸੀ ਕਿ 20,000 ਹੋ ਗਈ ਤੇ ਫਿਰ ਅਸੀਂ GoFundMe ਪੇਜ ਓਪਨ ਕਰਤਾ। ਫਿਰ ਉੱਥੇ 4,000 ਫੰਡਿੰਗ ਹੋ ਗਈ ਸੀਗੀ ਤੇ ਸਾਨੂੰ ਲੱਗਾ ਕਿ 25,000 ਤਾਂ ਆਲਮੋਸਟ ਸਾਡੇ ਕੋਲ ਹੋ ਗਈ ਆ, 25 ਸਾਨੂੰ ਹੋਰ ਚਾਹੀਦੀ ਸੀਗੀ। ਫਿਰ ਜਦੋਂ ਅਸੀਂ ਤੁਹਾਡੇ ਕੋਲ ਆਏ ਸੀਗੇ ਕਿ ਸਾਨੂੰ ਫੰਡਿੰਗ ਚਾਹੀਦੀ ਆ ਤੇ ਫਿਰ ਕਰਦੇ ਕਰਦੇ GoFundMe ਤੇ ਵੀ ਹੋਰ ਫੰਡਿੰਗ ਆਈ, ਚੈਰਿਟੀਜ਼ ਤੋਂ ਵੀ ਮਿਲੀ, ਗੁਰਦੁਆਰਾ ਸਾਹਿਬ ਜੀ ਤੋਂ ਵੀ ਮਿਲੀ ਐਂਡ ਕਾਫੀ ਕਰਦਿਆਂ ਸਾਡੇ ਕੋਲ ਫੰਡਿੰਗ ਜਿਹੜੀ ਨਾ ਆਲਮੋਸਟ ਲਾਗੇ ਚਲੇ ਗਈ। ਜਦੋਂ ਥੋੜੀ ਜਿਹੀ ਫੰਡਿੰਗ ਰਹਿੰਦੀ ਸੀ ਤੇ ਪਿੱਛੋਂ ਇੱਕ ਚੈਰਿਟੀ ਨੇ ਫਿਰ ਸਾਨੂੰ ਫੰਡ ਕਰ ਦਿੱਤਾ ਤੇ ਉਹ ਕਰਦੇ ਸਾਰੀ ਫੰਡਿੰਗ ਜਿਹੜੀ ਸੀ ਉਹ ਪੂਰੀ ਹੋ ਗਈ। ਤੇ ਲਖਵੀਰ ਇੱਥੇ ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਜਸ ਦੀ ਫੰਡਿੰਗ ਤੋਂ ਬਾਅਦ ਤੁਹਾਡੇ ਕੋਲ ਥੋੜੀ ਜਿਹੀ ਫੰਡਿੰਗ ਵੱਧ ਗਈ ਸੀ। ਉਸ ਫੰਡਿੰਗ ਦੇ ਨਾਲ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦਾ ਇੱਕ ਘਨੌਰ ਪਿੰਡ ਆ, ਘਨੌਰ ਪਿੰਡ ਦੇ ਵਿੱਚ ਇੱਕ ਨੌਜਵਾਨ ਆ ਤਕਰੀਬਨ 30 ਕੁ ਸਾਲਾਂ ਦਾ ਆ, ਉਹਦੀ ਵੀਲਚੇਅਰ ਉਹਨੂੰ ਵੀ ਚਾਹੀਦੀ ਸੀ, ਪਰ ਉਹਨੂੰ ਵੀਲਚੇਅਰ ਚਾਹੀਦੀ ਸੀ ਜਿਹੜੀ ਐਕਟਿਵਾ ਸਕੂਟਰੀ ਦੇ ਨਾਲ ਲੱਗੀ ਹੁੰਦੀ ਆ। ਸੋ ਮੇਰੇ ਖਿਆਲ ਉਹ 80-85 ਦੀ ਆ। ਸੋ ਉਹ ਵੀ ਸਾਰੀ ਫਾਰਮੈਲਿਟੀਜ਼ ਪੂਰੀ ਹੋ ਚੁੱਕੀ ਆ। ਸੋ ਅੱਜ ਭਲਕੇ ਉਹਨਾਂ ਦੀ ਵੀ ਵੀਲਚੇਅਰ ਉਹਨਾਂ ਦੇ ਘਰੇ ਚਲੇ ਜਾਣੀ ਹੈਗੀ ਆ। ਸੋ ਤੁਸੀਂ ਜਿਹੜੀ ਐਕਸਟਰਾ ਫੰਡਿੰਗ ਸੀ ਤੁਸੀਂ ਉਹਨੂੰ ਕਿਸੇ ਹੋਰ ਅੱਗੇ ਕਿਸੇ ਨੂੰ ਜਿਹੜਾ ਦੇਣ ਦਾ ਡਿਸਾਈਡ ਕੀਤਾ, ਉਹ ਤੁਹਾਡੇ ਮਨ 'ਚ ਕਿਵੇਂ ਆਇਆ? ਉਹ ਇਦਾਂ ਆਇਆ ਕਿਉਂਕਿ ਜਦੋਂ ਮੈਂ ਜਸ ਨੂੰ ਦੇਖਦੀ ਹਾਂ ਮੈਨੂੰ ਪਤਾ ਕਿੰਨਾ ਮੁਸ਼ਕਿਲ ਹੁੰਦਾ ਜਦੋਂ ਆਪਣਾ ਧੀ ਪੁੱਤ ਜਵਾਨ ਹੁੰਦਾ ਤੇ ਉਹ ਆਪਣੇ ਪੈਰਾਂ ਤੇ ਨਹੀਂ ਨਾ, ਬਹੁਤ ਮੁਸ਼ਕਿਲ ਹੁੰਦਾ ਇੱਕ ਮਾਂ ਪਿਓ ਦੇ ਲਈ ਆਪਣੇ ਨਿਆਣੇ ਨੂੰ ਦੇਖਣਾ ਕਿੱਦਾਂ ਉਹ ਚੱਲਦਾ ਕੀ ਕਰਦਾ। ਔਰ ਜਦੋਂ ਕੋਈ ਚੱਲਦਾ ਫਿਰਦਾ ਇਦਾਂ ਇਨਸਾਨ ਨੂੰ ਕੁਝ ਹੋ ਜਾਏ ਤਾਂ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਉਹਦੇ ਆਪਣੇ ਲਈ। ਪਰ ਜਦੋਂ ਆਪਣੇ ਪੇਜ ਤੇ ਇੱਕ ਕਮੈਂਟ ਆਇਆ ਸੀ ਉਹਨਾਂ ਨੂੰ ਕੁਝ ਚਾਹੀਦਾ ਤੇ ਆਪਾਂ ਉਦੋਂ ਸੋਚਿਆ ਸੀ ਕਿ ਕਿਉਂ ਨਹੀਂ ਕਿ ਜਿੰਨੀ ਕਿ ਫੰਡਿੰਗ ਬਚੇ, ਕਿਉਂਕਿ ਸਾਡੇ ਇੱਥੇ ਡਾਲਰ ਆ ਤੇ ਉਹਨਾਂ ਦੇ ਉੱਥੇ ਜਿਹੜੇ ਰੁਪਈਏ ਆ ਉਹਨਾਂ ਤੇ ਵਰਕ ਕਰ ਜਾਣਾ ਉਹਨੇ, ਹਨਾ। ਸੋ ਅਸੀਂ ਉਦੋਂ ਸੋਚਿਆ ਸੀ ਕਿ ਜਿੰਨੀ ਵੀ ਫੰਡਿੰਗ ਵੱਧਦੀ ਆ ਇਹ ਤਾਂ ਜ਼ਰੂਰ ਹੋਊਗਾ ਕਿ ਆਪਾਂ ਉਹ ਜਿਹੜੀ ਨਾ ਇਸ ਮੁੰਡੇ ਦੇ ਲਈ ਜ਼ਰੂਰ ਸੋਚਾਂਗੇ। ਸੋ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਹੈ ਜੀ ਕਿ ਜਿਹੜੀ ਫੰਡਿੰਗ ਜਸ ਦੇ ਵੀਲਚੇਅਰ ਤੋਂ ਬਾਅਦ ਐਕਸਟਰਾ ਸੀਗੀ ਉਹਦੇ ਲਈ ਜਿਵੇਂ ਅਸੀਂ ਦੱਸਿਆ ਕਿ ਬਠਿੰਡੇ ਦੇ ਵਿੱਚ ਬਠਿੰਡੇ ਸ਼ਹਿਰ ਦੇ ਵਿੱਚ ਇੱਕ ਭੈਣ ਜੀ ਆ ਸਾਡੇ ਜਸਪਿੰਦਰ ਜੀ, ਔਰ ਬੜੇ ਅੱਛੇ ਭੈਣ ਜੀ ਆ। ਉਹ ਪੂਰਾ ਵਰਕਆਊਟ ਕਰ ਰਹੇ ਹੈਗੇ ਆ। ਉਹਨਾਂ ਨੇ ਫੈਮਿਲੀ ਨੂੰ ਜਾ ਕੇ ਮਿਲੇ ਆ, ਉਸ ਨੌਜਵਾਨ ਨੂੰ ਜਾ ਕੇ ਮਿਲੇ ਆ, ਉਹਨਾਂ ਨੇ ਸਾਰੀ ਅੱਗੇ ਹੋ ਕੇ ਰਿਸਪੌਂਸਿਬਿਲਿਟੀ ਚੱਕੀ ਆ ਤੇ ਸਾਡੇ ਵੱਲੋਂ ਉਹਨਾਂ ਨੂੰ ਫੰਡ ਭੇਜ ਦੇਣੇ ਜਿਹੜੇ ਭੇਜ ਦਿੱਤੇ ਜਾਣਗੇ 1-2 ਦਿਨਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਆਰਡਰ ਦੇ ਦਿੱਤਾ ਹੈਗਾ ਆ। ਸਾਰੀ ਗੱਲਬਾਤ ਹੋ ਗਈ ਆ ਤੇ ਉਹ ਵੀਲਚੇਅਰ ਵਕੀਲ ਸਿੰਘ ਆ ਉਸ ਨੌਜਵਾਨ ਦਾ ਨਾਂ, ਘਨੌਰ ਪਿੰਡ ਆ ਤੇ ਬਠਿੰਡੇ ਦੇ ਵਿੱਚ ਆ, ਉਹਨੂੰ ਵੀਲਚੇਅਰ ਦਿੱਤੀ ਆ। ਉਹਦੇ ਲਈ ਜਸ ਧੰਨਵਾਦ ਤੁਹਾਡਾ ਬੱਚੇ ਕਿ ਤੁਹਾਡੀ ਵੀਲਚੇਅਰ ਦਾ ਜਿਹੜਾ ਆਪਾਂ ਕੈਂਪੇਨ ਲੈ ਕੇ ਚੱਲੇ ਸੀ ਉਸ ਤੋਂ ਬਾਅਦ ਨਾਲ ਕਹਿੰਦੇ ਹੁੰਦੇ ਜਦੋਂ ਆਪਾਂ ਕੋਈ ਚੰਗਾ ਕੰਮ ਕਰਨ ਨਿਕਲਦੇ ਆ ਕਿਸੇ ਚੰਗੀ ਸੋਚ ਦੇ ਨਾਲ ਤੇ ਉਹਦੇ ਵਿੱਚ ਫਿਰ ਕਈ ਵਾਰੀ ਤੁਸੀਂ ਜਾਣੇ ਅਣਜਾਣੇ ਕਿਸੇ ਇਹੋ ਜਿਹੇ ਇਨਸਾਨ ਦੀ ਮਦਦ ਕਰ ਦਿੰਦੇ ਆ ਜਿਹਨੂੰ ਵਾਕਈ ਮਦਦ ਦੀ ਲੋੜ ਸੀ। ਸੋ ਜਦੋਂ ਉਹਨਾਂ ਦੇ ਤੱਕ ਵੀਲਚੇਅਰ ਪਹੁੰਚੂਗੀ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਉਹਨਾਂ ਦੀ ਵੀਲਚੇਅਰ ਵੀ ਦੇਖਾਂਗੇ। ਸੋ ਜਸ ਤੁਸੀਂ ਕੀ ਕਹਿਣਾ? ਮੈਂ ਕਹਿਣਾ ਜਿਹਨੂੰ ਵੀ ਮਦਦ ਚਾਹੀਦੀ ਆ ਮੈਂ ਖੁਸ਼ ਹਾਂ ਉਹਨਾਂ ਦੀ ਮਦਦ ਕਰਨ। ਕਿਆ ਬਾਤ ਹੈ। ਸੋ ਕਹਿੰਦੇ ਇਨਸਾਨ ਦੇ ਵਿੱਚ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ, ਬੰਦੇ ਦੀ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ। ਬੇਸ਼ੱਕ ਅੱਜ ਇਹ ਨੌਜਵਾਨ 18 ਵਰ੍ਹਿਆਂ ਦਾ ਹੋ ਗਿਆ, ਮਾਂ-ਬਾਪ ਦੇ ਲਈ ਇਹਦੇ ਲਈ ਚੇਅਰ ਲੈ ਕੇ ਦੇਣੀ ਇਹਦਾ ਇੱਕ ਸੁਪਨਾ ਸੀ ਕਿ ਇਹ ਚੇਅਰ ਦੇ ਨਾਲ ਇਹ ਆਪਣੇ ਆਪ ਚੱਲ ਸਕੇ, ਆਪਣੇ ਕੰਮ ਕਰ ਸਕੇ। ਤੁਸੀਂ ਦੇਖਿਆ ਚੇਅਰ ਤੇ ਖੜਾ ਹੋ ਕੇ ਕਿੰਨਾ ਖੁਸ਼ ਆ। ਤੇ ਪਹਿਲੀ ਵਾਰੀ ਜਦੋਂ ਤੋਂ ਮੈਂ ਜਸ ਨੂੰ ਜਾਣਦੀ ਆ, ਮੈਂ ਪਹਿਲੀ ਵਾਰੀ ਜਸ ਨੂੰ ਇੰਜ ਖੜੇ ਹੁੰਦੇ ਆ ਇਹਦੇ ਚਿਹਰੇ ਤੇ ਜਿਹੜੀ ਖੁਸ਼ੀ ਦੇਖੀ ਆ ਤੇ ਮੈਨੂੰ ਲੱਗਾ ਕਿ ਸ਼ਾਇਦ ਵਾਹਿਗੁਰੂ ਨੇ ਜਿਹੜੀ ਸਾਂਝਾ ਟੀਵੀ ਦੀ ਪੂਰੀ ਟੀਮ ਦੀ ਜ਼ਿੰਮੇਵਾਰੀ ਲਾਈ ਆ ਨਾ ਕਮਿਊਨਿਟੀ ਦੇ ਕੰਮਾਂ 'ਚ ਅੱਗੇ ਵੱਧ ਕੇ ਹੈਲਪ ਕਰਨ ਦੇ ਲਈ, ਤੇ ਮੈਨੂੰ ਕਦੇ ਬੜਾ ਪ੍ਰਾਊਡ ਫੀਲ ਹੁੰਦਾ ਕਿ ਜੇ ਮੈਂ ਇਸ ਚੈਨਲ ਦਾ ਇੱਕ ਮੈਂਬਰ ਆ ਤੇ ਮੈਂ ਇਸ ਚੈਨਲ ਦੇ ਰਾਹੀਂ ਇਹਨਾਂ ਕੰਮਾਂ ਦੇ ਵਿੱਚ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਅੱਗੇ ਵੱਧ ਕੇ ਜੇ ਮੈਂ ਉਹਨਾਂ ਦੇ ਕੰਮ ਆ ਸਕਦੀ ਆ, ਇਹ ਵੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ। ਪਰ ਸਾਰਿਆਂ ਤੋਂ ਜ਼ਿਆਦਾ ਧੰਨਵਾਦ ਤਾਂ ਸਾਡੀ ਕਮਿਊਨਿਟੀ ਦਾ ਆ, ਸਾਡੀਆਂ ਉਹਨਾਂ ਰੂਹਾਂ ਦਾ ਆ, ਉਹਨਾਂ ਸ਼ਖਸੀਅਤਾਂ ਦਾ ਆ ਜਿਹੜੀਆਂ ਆਪਣੇ ਗੁਰਾਂ ਵੱਲੋਂ ਬਖਸ਼ੀ ਦਸਵੰਧ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਨੇ। ਸੋ ਲਖਵੀਰ ਜੀ ਬਹੁਤ ਵਧੀਆ ਲੱਗਾ, ਇੱਕ ਛੋਟੀ ਜਿਹੀ ਜਰਨੀ ਸੀ ਜਸ ਦੀ। ਤੇ ਅੱਜ ਸਵੇਰ ਦਾ ਕਿਸੇ ਨੇ ਸਾਡੇ ਵੱਲੋਂ ਇਹਨੂੰ ਵਿਸ਼ ਨਹੀਂ ਕੀਤਾ ਤਾਂ ਕਿੱਦਾਂ ਦਾ ਮਹਿਸੂਸ ਕਰਦਾ ਸੀ ਜਦੋਂ ਤੁਸੀਂ ਇੱਥੇ ਲੈ ਕੇ ਆਉਣਾ ਸੀ ਤੇ ਕੀ ਪਲਾਨ ਕੀਤਾ ਫਿਰ ਤੁਸੀਂ? ਪਲਾਨ ਮੈਂ ਕੀਤਾ, ਮੈਂ ਕਿਹਾ ਕਿ ਇੱਦਾਂ ਕਰਦੇ ਆਪਾਂ ਨਾ ਲੰਚ ਲਈ ਬਾਹਰ ਚੱਲਦੇ ਹਾਂ। ਮੈਂ ਇਹਨੂੰ ਦੱਸਿਆ ਨਹੀਂ ਸੀਗਾ ਕਿ ਕੁਝ ਵੀ ਇੱਦਾਂ ਪਲਾਨ ਹੋਇਆ, ਸਾਡੀ ਗੱਲ ਹੋਈ ਆ ਤੇ ਪਰ ਮੈਨੂੰ ਕਿਹਾ ਲੰਚ ਲਈ ਚੱਲਦੇ। ਪਹਿਲਾਂ ਕਹਿੰਦਾ ਰਹਿਣ ਦੇ ਨਹੀਂ ਜਾਂਦੇ, ਮੈਂ ਕਿਹਾ ਨਹੀਂ ਚੱਲਦੇ ਚਲੋ। ਇਹ ਸੋਚਿਆ ਤੇ ਇਹਨੂੰ ਇਹ ਸੀਗਾ ਕਿ ਮੈਨੂੰ ਕਿਸੇ ਨੇ ਵਿਸ਼ ਨਹੀਂ ਕੀਤਾ, ਆਂਟੀ ਨੇ ਨਹੀਂ ਕੀਤਾ, ਭਾਜੀ ਨੇ ਰਫਤਾਰ ਨੇ ਨਹੀਂ ਕੀਤਾ ਤੇ ਇਹਨੂੰ ਲੱਗਾ ਸਡਨਲੀ ਉਹਨਾਂ ਦਾ ਮੈਸੇਜ ਆਉਂਦਾ ਤੇ ਇਹ ਇੰਨਾ ਕੁ ਖੁਸ਼ ਕਿ ਜਿੱਦਾਂ ਇਹਨੂੰ ਪਤਾ ਨਹੀਂ ਕੀ ਮਿਲ ਗਿਆ। ਮੰਮੀ
ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਮੇਰਾ ਅੱਜ ਬਰਥਡੇ ਆ। ਮੈਂ ਕਿਹਾ ਕੋਈ ਨਹੀਂ, ਚਲੋ ਉਹਨਾਂ ਨੂੰ ਪਤਾ ਹੈ ਕਿਉਂਕਿ ਬਹੁਤ ਵਾਰੀ ਉਹਨਾਂ ਨੇ ਅਨਾਉਂਸ ਕੀਤੀ ਹੈ ਚੀਜ਼, ਹੈ ਨਾ। ਤੇ ਫਿਰ ਖੁਸ਼ ਸੀਗਾ। ਓਕੇ, ਫਿਰ ਇੱਥੇ ਆਉਣ ਤੱਕ ਨਹੀਂ ਸੀ ਇਹਨੂੰ ਪਤਾ ਕਿ ਅੱਗੇ ਕੀ ਹੈਗਾ, ਡੋਰ ਤੱਕ ਇਹਨੂੰ ਨਹੀਂ ਸੀ ਪਤਾ ਕਿ ਅੱਗੇ ਤੁਸੀਂ ਹੈਗੇ ਆ। ਇਹ ਆਇਆ ਤਾਂ ਠੀਕ ਹੈ, ਆਪਾਂ ਲੰਚ ਕਰਨ ਚੱਲਦੇ ਹਾਂ ਬਾਹਰ ਕਿਉਂਕਿ ਮੇਰਾ ਬਰਥਡੇ ਆ, ਬਸ ਇੰਨਾ ਹੀ ਸੋਚ ਕੇ ਆਏ ਅਸੀਂ ਘਰੋਂ। ਸੋ ਸਾਨੂੰ ਰੀਅਲਾਈਜ਼ ਸੀ ਜਸ, ਅਸੀਂ ਤਾਂ ਡੇ 1 ਤੋਂ ਜਦੋਂ ਤੋਂ ਆਪਾਂ ਤੁਹਾਡੀ ਵੀਲ ਚੇਅਰ ਲੈਣ ਲਈ ਦੇਖਿਆ ਸੀ ਨਾ, ਕੈਂਪੇਨ ਚਲਾਈ ਸੀ, ਆਪਾਂ ਨੂੰ ਤਾਂ ਜਸ ਦਾ ਬਰਥਡੇ ਪੱਕਾ ਹੀ ਯਾਦ ਹੋ ਗਿਆ ਵੀ 24 ਨਵੰਬਰ ਸਾਡੇ ਜਸ ਦਾ ਜਨਮ ਦਿਨ ਆ। ਸੋ ਅਸੀਂ ਵੀ ਪਲਾਨ ਕਰਦੇ ਸੀ। ਰਫਤਾਰ ਜੀ ਬੇਸ਼ੱਕ ਆਪਣੇ ਕਿਸੇ ਕੰਮਾਂ 'ਚ ਬਿਜ਼ੀ ਆ, ਬਾਹਰ ਆ, ਪਰ ਉਹ ਸ਼ਾਮ ਨੂੰ ਤੁਹਾਨੂੰ ਬਰਥਡੇ ਵਿਸ਼ ਕਰਨਗੇ ਗੱਲਾਂ ਖਰੀਆਂ 'ਚ। ਪਰ ਸਾਨੂੰ ਸੀ ਕਿ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਸਰਪ੍ਰਾਈਜ਼ ਦਈਏ, ਪਰ ਇਸ ਸਰਪ੍ਰਾਈਜ਼ ਦੇ ਵਿੱਚ ਸਾਡੇ ਨਾਲ ਮਹਾਰਾਣੀ ਨੇ ਵੀ ਬੜਾ ਸਾਥ ਦਿੱਤਾ। ਮਹਾਰਾਣੀ ਰੈਸਟੋਰੈਂਟ ਨੇ ਬੜਾ ਵਧੀਆ ਲੱਗਾ, ਔਰ ਤੁਹਾਨੂੰ ਗਿਫਟ ਵੀ ਦਿੱਤਾ ਉਹਨਾਂ ਨੇ। ਤੇ ਮੇਰੇ ਖਿਆਲ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਕੀ ਹੈ। ਮੈਨੂੰ ਤਾਂ ਪੈਸੇ ਲੱਗਦੇ ਆ, ਪੈਸੇ ਹੀ ਆ। ਸੋ ਥੈਂਕ ਯੂ ਕਰੋ ਬੱਚੇ ਉਹਨਾਂ ਦਾ ਵੀ, ਉਹਨਾਂ ਨੇ ਤੁਹਾਨੂੰ ਗਿਫਟ ਵੀ ਦਿੱਤਾ ਆ। ਥੈਂਕ ਯੂ ਜੀ। ਤੇ ਹੁਣ ਤੁਸੀਂ ਨੈਕਸਟ ਟਾਈਮ ਇੱਥੇ ਲੰਚ ਕਰਨ ਫਿਰ ਆ ਸਕਦੇ ਆ ਨਾ। ਯਾ ਸੋ ਥੈਂਕ ਯੂ ਸਾਡੇ ਵੱਲੋਂ ਮਹਾਰਾਣੀ ਰੈਸਟੋਰੈਂਟ ਦਾ ਵੀ, ਜਿਨ੍ਹਾਂ ਨੇ ਇੰਨਾ ਵਧੀਆ ਅਰੇਂਜਮੈਂਟ ਕੀਤਾ। ਤੇ ਬਹੁਤ ਹੀ ਵਧੀਆ ਲੱਗਾ ਕਿ ਕਹਿੰਦੇ ਖੁਸ਼ੀਆਂ ਜਿਹੜੀਆਂ ਨਾ ਉਹ ਵੰਡਿਆਂ ਵੱਧਦੀਆਂ ਹੈਗੀਆਂ ਆ। ਤੇ ਖੁਸ਼ੀਆਂ ਵੰਡਣ ਦੇ ਲਈ ਸਾਨੂੰ ਜਾਂ ਖੁਸ਼ੀਆਂ ਲੱਭਣ ਦੇ ਲਈ ਬਾਹਰ ਨਹੀਂ ਜਾਣਾ ਪੈਂਦਾ, ਸਾਡੇ ਅੰਦਰ ਹੀ ਹੁੰਦੀਆਂ। ਬਸ ਉਹਨਾਂ ਨੂੰ ਅੰਦਰੋਂ ਵੰਡ ਦਿਓ, ਦੂਜਿਆਂ ਦੇ ਨਾਲ ਸਾਂਝੀਆਂ ਕਰ ਲਓ। ਸੋ ਅੱਜ ਜਸ ਸਹੋਤਾ ਦੇ ਨਾਲ ਜਿਹੜੇ ਅਸੀਂ ਪਲ ਗੁਜ਼ਾਰ ਰਹੇ ਹਾਂ, 18ਵਾਂ ਬਰਥਡੇ ਆ ਇਸ ਬੱਚੇ ਦਾ। ਤੇ ਖੁਸ਼ੀ ਜ਼ਿਆਦਾ ਸਾਰਿਆਂ ਤੋਂ ਜ਼ਿਆਦਾ ਇਹ ਆ ਕਿ ਇਸ ਬੱਚੇ ਦਾ ਦੇਖਿਆ ਹੋਇਆ ਸੁਪਨਾ ਵੀਲ ਚੇਅਰ, ਪਾਵਰ ਵੀਲ ਚੇਅਰ। ਜਦੋਂ ਅਸੀਂ ਵੀਲ ਚੇਅਰ ਕਹਿ ਦਿੰਦੇ ਆ, ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਆਉਣ ਲੱਗ ਪੈਂਦੇ ਕਿ ਇੱਕ ਨਾਰਮਲ ਜੀ ਵੀਲ ਚੇਅਰ ਆ, 3-4 ਹਜ਼ਾਰ ਡਾਲਰ ਦੀ ਹੋਏਗੀ, ਇਸ ਤੋਂ ਇਲਾਵਾ ਇਸ ਦੇ ਵਿੱਚ ਖਾਸੀਅਤ ਕੀ ਆ? ਪਰ ਜਦੋਂ ਅਸੀਂ ਇਹ ਪੋਸਟ ਪਾਈ ਸੀ, ਮੈਨੂੰ ਅੱਜ ਵੀ ਯਾਦ ਆ, ਮੈਂ ਆਪਣੇ ਪੇਜ 'ਤੇ ਪੋਸਟ ਪਾਈ ਸੀ, ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਸੀ ਕਿ ਇਹ ਜੀ ਇੰਨੀ ਵੀ ਮਹਿੰਗੀ ਕੀ ਵੀਲ ਚੇਅਰ ਆ, ਇਹ ਤੋਂ ਚੰਗੀ ਤਾਂ 50,000 ਦੀ ਤਾਂ ਵਧੀਆ ਕਾਰ ਆ ਜਾਂਦੀ ਆ। ਕਾਰ ਤੇ ਅਸੀਂ ਸਾਰੇ ਚਲਾਉਂਦੇ ਹਾਂ ਕਿਉਂਕਿ ਸਾਨੂੰ ਰੱਬ ਨੇ ਤੰਦਰੁਸਤੀ ਬਖਸ਼ੀ ਆ, ਸਾਨੂੰ ਰੱਬ ਨੇ ਇੱਕ ਨਾਰਮਲ ਇਨਸਾਨ ਬਣਾਇਆ। ਤੁਰਦੇ ਫਿਰਦੇ ਆ ਆਪਣੀਆਂ ਲੱਤਾਂ ਤੇ, ਕਾਰ ਨਾ ਵੀ ਹੋਏਗੀ ਤਾਂ ਅਸੀਂ ਤੁਰ ਕੇ ਬੱਸੇ ਵੀ ਜਾ ਸਕਦੇ ਹਾਂ। ਪਰ ਇਸ ਨੌਜਵਾਨ ਲਈ ਇਹ ਵੀਲ ਚੇਅਰ ਕਿਸੇ ਕਾਰ ਤੋਂ ਘੱਟ ਨਹੀਂ ਗੀ। ਪਰ ਇਹ ਕਿਉਂ ਅੱਜ ਇਹਦੇ ਕੋਲ ਆ? ਤੁਹਾਡੀਆਂ ਦੁਆਵਾਂ ਦੇ ਸਦਕਾ ਤੇ ਤੁਹਾਡੇ ਦਸਵੰਧ ਦੇ ਸਦਕਾ। ਸੋ ਸਾਰੀ ਕਮਿਊਨਿਟੀ ਵਧਾਈ ਦੀ ਪਾਤਰ ਆ। ਜਿਸ ਸਾਂਝੇ ਨੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ, ਆਰੀਅਨ ਦਿਓਲ ਬੱਚੇ ਦੇ ਲਈ ਕੈਂਪੇਨ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਜਸ ਸਾਡਾ ਅਗਲਾ ਮਿਸ਼ਨ ਸੀ। ਜਸ ਮਿਸ਼ਨ ਕੰਪਲੀਟ ਹੋ ਗਿਆ। ਤੇ ਜਿਹੜੀ ਸਾਡੇ ਕੋਲ ਇੱਕ ਹਾਰਪਰ ਬੱਚੀ ਐਡਮਿੰਟਨ ਦੇ ਵਿੱਚ ਸੀ SMA ਟਾਈਪ 1 ਦੇ ਨਾਲ, ਉਹਦੀ ਜਿਹੜੀ ਲੱਕਲੀ ਲੋਟਰੀ ਡਰਾ ਦੇ ਵਿੱਚ ਨਿਕਲਿਆ ਆ। ਸਰਕਾਰ ਵੱਲੋਂ ਉਸਦੇ ਸਾਰੇ SMA ਟਾਈਪ 1 ਜੋ ਵੀ ਉਸਨੂੰ ਪ੍ਰੋਬਲਮ ਸੀ, ਸਰਕਾਰ ਵੱਲੋਂ ਉਸਦੀ ਪੂਰੀ ਜਿਹੜੀ ਟਰੀਟਮੈਂਟ ਦਿੱਤੀ ਜਾਣੀ ਆ। ਪਰ ਸਾਂਝੇ ਦੀ ਹਮੇਸ਼ਾ ਕੋਸ਼ਿਸ਼ ਆ ਕਮਿਊਨਿਟੀ ਦੇ ਵਿੱਚ ਕਦੇ ਵੀ, ਪਹਿਲੀ ਗੱਲ ਤਾਂ ਅਸੀਂ ਇਹੀ ਦੁਆ ਕਰਦੇ ਹਾਂ ਕਿ ਵਾਹਿਗੁਰੂ ਹਰ ਇੱਕ ਦੇ ਬੱਚੇ ਨੂੰ ਤੰਦਰੁਸਤ ਰੱਖੇ, ਦੁਨੀਆ ਤੇ ਧੀ ਹੋਵੇ ਪੁੱਤ ਹੋਵੇ ਤੰਦਰੁਸਤ ਆਵੇ, ਹੱਸੇ ਖੇਡੇ ਚੱਲੇ ਫਿਰੇ, ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ ਹੋਵੇ। ਪਰ ਕਹਿੰਦੇ ਰੱਬ ਦੇ ਰੰਗਾਂ ਦਾ ਕੁਛ ਨਹੀਂ ਪਤਾ। ਤੇ ਜੇ ਵਾਹਿਗੁਰੂ ਦੇ ਰੰਗ ਆ, ਜੇ ਇਹੋ ਜਿਹੇ ਫਰਿਸ਼ਤੇ ਬੱਚੇ, ਇਹ ਜਿਹੜੇ ਬੱਚੇ ਆ ਨੇ ਵਾਕਈ ਰੱਬ ਦਾ ਰੂਪ ਹੁੰਦੇ ਆ। ਜੇ ਇਹੋ ਜਿਹੇ ਬੱਚੇ ਸਾਡੇ ਪਰਿਵਾਰ 'ਚ ਆਉਂਦੇ ਆ ਨਾ ਫਰਿਸ਼ਤੇ, ਤੇ ਅਸੀਂ ਸਾਰੀ ਕਮਿਊਨਿਟੀ ਦੇ ਬੱਚੇ ਆ, ਅਸੀਂ ਇਹਨਾਂ ਨੂੰ ਗਲ ਨਾ ਲਾਈਏ, ਅਸੀਂ ਇਹਨਾਂ ਨੂੰ ਪਿਆਰ ਕਰੀਏ, ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਖੁਆਇਸ਼ਾਂ ਹੁੰਦੀਆਂ ਉਹ ਪੂਰੀਆਂ ਕਰੀਏ। ਪਤਾ ਨਹੀਂ ਵਾਹਿਗੁਰੂ ਨੇ ਮੇਰਾ ਇਸ ਬੱਚੇ ਨਾਲ ਕਿਵੇਂ ਦਾ ਰਿਸ਼ਤਾ ਬਣਾਇਆ ਕਿ ਮੈਨੂੰ ਹਰ ਦਿਨ ਇਸ ਬੱਚੇ ਦਾ ਇੱਕ ਮੈਸੇਜ ਆਉਂਦਾ ਗੁੱਡ ਮਾਰਨਿੰਗ, ਤੇ ਇੱਕ ਮੈਸੇਜ ਆਉਂਦਾ ਗੁੱਡ ਨਾਈਟ। ਉਹ ਮੈਸੇਜ ਕਿਤੇ ਨਾ ਕਿਤੇ ਮੈਨੂੰ ਸਾਰੇ ਦਿਨ ਦੀ ਮੇਰੀ ਥਕਾਵਟ ਲਾ ਦਿੰਦਾ ਆ। ਤੇ ਸਵੇਰੇ ਉੱਠਦੇ ਆ ਜਦੋਂ ਮੈਂ ਉਹ ਮੈਸੇਜ ਦੇਖਦੀ ਆ ਗੁੱਡ ਮਾਰਨਿੰਗ ਆਂਟੀ ਜੀ, ਤੇ ਕਿਤੇ ਨਾ ਕਿਤੇ ਮੇਰੇ ਦਿਨ ਦੀ ਸ਼ੁਰੂਆਤ ਬੜੀ ਵਧੀਆ ਹੁੰਦੀ ਆ। ਮੈਂ ਚਾਹੁੰਦੀ ਹਾਂ ਕਿ ਅਸੀਂ ਰਲ ਕੇ ਕਮਿਊਨਿਟੀ ਦੇ ਵਿੱਚ ਇੰਨਾ ਪਿਆਰ ਵੰਡੀਏ, ਨਫ਼ਰਤਾਂ ਆਉਣ ਹੀ ਨਾ ਸਾਡੇ ਆਲੇ ਦੁਆਲੇ। ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਵੇ, ਹਰ ਕੋਈ ਆਪਣੀ ਜ਼ਿੰਦਗੀ ਨੂੰ ਮਾਣੇ। ਸਾਡਾ ਵੀ ਇਹੀ ਸੁਨੇਹਾ ਸਾਂਝੇ ਦਾ। ਤੇ ਮੈਂ ਲਖਵੀਰ ਤੁਹਾਡੇ ਤੋਂ ਜਾਣਾ ਚਾਹੂੰਗੀ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਥੈਂਕ ਯੂ ਕਰਦੀ ਹਾਂ ਸਾਰੀ ਕਮਿਊਨਿਟੀ ਦਾ, ਸਾਂਝਾ ਟੀਵੀ ਦਾ, ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਤੇ ਅਸੀਂ ਅੱਜ ਜਸ ਦੀ ਜਿਹੜੀ ਵਿਸ਼ ਸੀਗੀ ਉਹ ਪੂਰੀ ਹੋ ਗਈ ਕਿ ਉਹਨੂੰ ਚੇਅਰ ਚਾਹੀਦੀ ਸੀਗੀ ਔਰ ਇਹਦੀ ਲੋੜ ਸੀਗੀ। ਸੋ ਅੱਜ ਉਹਦੀ ਵੀਲ ਚੇਅਰ ਉਹਦੇ ਕੋਲ ਆ ਤੇ ਉਹ ਖੁਸ਼ ਆ ਇਸ ਚੀਜ਼ ਨੂੰ ਲੈ ਕੇ ਕਿ ਮੇਰੇ ਚੇਅਰ ਮੇਰੇ ਕੋਲ ਆ। ਉਹਦੇ ਬਰਥਡੇ ਤੇ ਆ ਗਈ ਹੈ ਸਪੈਸ਼ਲੀ, ਇਹ ਉਹਦੇ ਲਈ ਹੋਰ ਵੀ ਵੱਡਾ ਗਿਫਟ ਆ ਜੀ। ਤੇ ਜਸ ਤੁਸੀਂ ਕੀ ਕਹੋਗੇ ਸਾਂਝਾ ਦੇਖ ਰਹੇ ਸਾਰੇ ਪਰਿਵਾਰਾਂ ਨੂੰ? ਮੈਂ ਕਹੂੰਗਾ ਸਾਂਝਾ ਟੀਵੀ ਨੂੰ ਥੈਂਕ ਯੂ। ਤੇ ਤੁਹਾਡੀ ਮਦਦ ਤੋਂ ਬਿਨਾਂ ਇਹ ਪੂਰਾ ਹੋ ਨਹੀਂ ਹੁੰਦਾ ਸਕਦਾ। ਨਹੀਂ। ਸੋ ਥੈਂਕ ਯੂ ਟੂ ਯੂ ਜਸ, ਵੀ ਆਰ ਗੁੱਡ ਬਡੀ। ਸੋ ਇੱਦਾਂ ਹੀ ਆਪਾਂ ਹਰ ਸਾਲ ਜਸ ਦੀ ਬਰਥਡੇ ਮਨਾਇਆ ਕਰਾਂਗੇ। ਮੈਨੂੰ ਸੱਦਿਆ ਕਰੋਗੇ ਆਪਣੇ ਬਰਥਡੇ ਤੇ? ਹਾਂਜੀ।
ਕੀ ਬਾਤ ਹੈ ਜੀ। ਕਿ ਤੁਸੀਂ ਮੇਰਾ ਦਿਨ ਇੰਨਾ ਸੋਹਣਾ ਬਣਾ ਦਿੱਤਾ, ਕਿਉਂ ਨਹੀਂ ਕੱਢਾਂਗੇ। ਸੋ ਬਿਲਕੁਲ ਜੀ, ਕਹਿੰਦੇ ਦੁਆਵਾਂ ਜਿਹੜੀਆਂ ਨਾ ਉਹ ਉਹਨਾਂ ਦਾ ਕੋਈ ਖਰਚਾ ਨਹੀਂ ਆਉਂਦਾ, ਉਹ ਜੇ ਸਾਡੇ ਦਿਲੋਂ ਦੁਆ ਨਿਕਲਦੀ ਆ ਨਾ ਕਿਸੇ ਲਈ ਅਣਜਾਣ ਲਈ ਵੀ ਤੇ ਦੇ ਦੇਣੀ ਚਾਹੀਦੀ ਆ। ਤੇ ਦੁਆਵਾਂ ਕਹਿੰਦੇ ਦਵਾ ਨਾਲੋਂ ਜ਼ਿਆਦਾ ਕੰਮ ਕਰਦੀਆਂ। ਸੋ ਆਓ ਰਲ ਕੇ ਅਸੀਂ ਕਮਿਊਨਿਟੀ ਦੇ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਵੰਡੀਏ, ਇਸੇ ਤਰ੍ਹਾਂ ਹੀ ਅਸੀਂ ਆਪਣੀ ਕਮਿਊਨਿਟੀ ਨੂੰ ਵਧੀਆ ਇੱਕ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕਰੀਏ, ਤਾਂ ਕਿ ਦੂਜੀਆਂ ਕਮਿਊਨਿਟੀਆਂ ਵੀ ਕਹਿਣ ਕਿ ਵਾਕਿਆ ਹੀ ਬੜੇ ਵੱਡੇ ਦਿਲ ਵਾਲੇ ਇਹ ਲੋਕ ਆ ਜਿਹੜੇ ਆਪਣੇ ਨਾਲ ਹੋਰਾਂ ਦਾ ਵੀ ਸੋਚਦੇ ਆ। ਕੋਈ ਧਰਮ ਹੋਵੇ, ਕੋਈ ਜਾਤ ਹੋਵੇ, ਕੋਈ ਕਮਿਊਨਿਟੀ ਹੋਵੇ, ਹਰ ਇੱਕ ਦਾ ਬੱਚਾ ਸਾਡਾ ਆਪਣਾ ਬੱਚਾ ਹੈ। ਸੋ ਇਸੇ ਤਰ੍ਹਾਂ ਖੁਸ਼ੀਆਂ ਵੰਡੀਏ। ਅੱਜ 18th ਬਰਥਡੇ 18ਵਾਂ ਬਰਥਡੇ ਸੀ ਜਸ ਸਹੋਤਾ ਦਾ। ਸੋ ਛੋਟਾ ਜਿਹਾ ਸਰਪ੍ਰਾਈਜ਼ ਸੀ। ਸੋ ਬਿਹਾਫ ਆਫ ਸਾਂਝਾ ਟੀਵੀ ਸਾਰੀ ਹੀ ਸਾਡੀ ਟੀਮ ਵੱਲੋਂ ਵਨਸ ਅਗੇਨ ਜਸ ਜੀ ਤੁਹਾਨੂੰ ਹੈਪੀ ਬਰਥਡੇ। ਤੇ ਮੈਨੂੰ ਉਮੀਦ ਕਰਦੀ ਹਾਂ ਸਾਡਾ ਜਿਹੜਾ ਛੋਟਾ ਜਿਹਾ ਸਫ਼ਰ ਸੀ, ਛੋਟੀ ਜਿਹੀ ਜਰਨੀ ਸੀ, ਉਹਦੇ ਲਈ ਤੁਸੀਂ ਅੱਜ ਇੰਜੋਏ ਜ਼ਰੂਰ ਕੀਤਾ ਹੋਵੇਗਾ ਜਸ ਦਾ ਬਰਥਡੇ। ਵਨਸ ਅਗੇਨ ਥੈਂਕ ਯੂ ਟੂ ਮਹਾਰਾਣੀ ਰੈਸਟੋਰੈਂਟ ਜਿਨ੍ਹਾਂ ਨੇ ਸਾਨੂੰ ਇੱਥੇ ਇੰਨਾ ਵਧੀਆ ਇਨਵਾਇਰਮੈਂਟ ਦਿੱਤਾ, ਪੂਰੀਆਂ ਪ੍ਰੀਕਾਸ਼ਨਸ ਨੂੰ ਗਾਈਡਲਾਈਨਸ ਨੂੰ ਫੋਲੋ ਕਰਦੇ ਆ, ਬੜੀ ਸੋਹਣੀ ਸਾਡੇ ਲਈ ਡੈਕੋਰੇਸ਼ਨ ਕੀਤੀ। ਸੋ ਥੈਂਕ ਯੂ ਸਾਰੀ ਟੀਮ ਦਾ। ਐਂਡ ਤੁਸੀਂ ਹਮੇਸ਼ਾ ਸਾਂਝੇ ਦਾ ਸਾਥ ਦਿਆ ਕਰੋ। ਅਗਲੀ ਵਾਰ ਫੇਰ ਕਿਸੇ ਹੋਰ ਸਰਪ੍ਰਾਈਜ਼ ਦੇ ਨਾਲ ਹਾਜ਼ਰ ਹੋਵਾਂਗੀ। ਤਦ ਤੱਕ ਤੁਸੀਂ ਰੱਖਿਓ ਖਿਆਲ। ਸਤਿ ਸ਼੍ਰੀ ਅਕਾਲ ਜੀ।